ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ, ਗੱਲਾਂ ਕਰਦਾ ਏ, ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਏ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਏ ਤੇ ਉਹਦੀਆਂ ਗੱਲਾਂ ਹਰ ਬੰਦੇ ਦੇ ਕਦਮਾਂ ਲਈ ਚਿਰਾਗ, ਰਾਹ ਲਈ ਰੋਸ਼ਨੀ ਏ ਤੇ ਬੰਦਿਆਂ ਨੂੰ ਕਰਦੀਆਂ ਉਹਦੀਆਂ ਗੱਲਾਂ ਹੁਸ਼ਿਆਰ ਤੇ ਬੇਦਾਰ। ਚਾਹੇ ਕੋਈ ਬੰਦਾ ਹੁਸ਼ਿਆਰ ਹੋ ਜਾਵੇ ਜਾਂ ਨਾ ਹੋਵੇ। ਅੱਜ ਅਸੀਂ ਦੇਖਣ ਵਾਲੇ ਹਾਂ ਦਾਨੀਏਲ 7 ਬਾਬ 13 ਆਇਤ ਤੋਂ ਪੜ੍ਹੀਏ ਤੇ ਲਿਖਿਆ ਏ, ਖੁਦਾ ਮੈਨੂੰ ਰਾਤ ਦੇ ਵਿੱਚ ਰੋਇਆ ਦੇ ਵਿੱਚ ਦਿਖਿਆ ਤੇ ਕੀ ਵੇਖਣਾ ਕਿ ਇੱਕ ਸ਼ਖਸ ਆਦਮਜ਼ਾਤ ਦੀ ਮਾਨੰਦ ਅਸਮਾਨ ਦੇ ਬੱਦਲਾਂ ਦੇ ਨਾਲ ਆਇਆ ਤੇ ਕਦੀਮਲ ਅਯਾਮ ਤੱਕ ਉਹ ਹੀ ਪਹੁੰਚਿਆ, ਐਂਡ ਤੱਕ। ਤੇ ਲਿਖਿਆ ਏ, ਸਾਰੀਆਂ ਹਕੂਮਤਾਂ, ਸਲਤਨਤਾਂ, ਉਮਤਾਂ ਲਖਤੇ ਜਿਗਰ ਉਹਦੀ ਖਿਦਮਤ ਗੁਜ਼ਾਰੀ ਕਰਨਗੀਆਂ, ਕਿਉਂਕਿ ਉਹਦੀ ਸਲਤਨਤ ਅਬਦੀ ਤੇ ਸਲਤਨਤ ਉਹਦੀ ਜਾਂਦੀ ਨਹੀਂ ਰਹੇਗੀ। ਉਹਦੀ ਮਮਲਕਤ ਲਾਜ਼ਵਾਲ ਏ। ਸੋ ਦਾਨੀਏਲ ਨਬੀ ਦੇ ਸਹੀਫੇ ਦੇ ਵਿੱਚ ਵੀ ਬੱਦਲਾਂ ਦੇ ਰੋਜ਼ ਦਾ ਜ਼ਿਕਰ ਮਿਲਦਾ ਹੈ ਕਿ ਜਿਹੜਾ ਬੱਦਲਾਂ ਦੇ ਉੱਤੇ ਆਵੇਗਾ ਉਹਦੀ ਹਕੂਮਤ ਕਦੀ ਮਾਕੂਫ ਨਹੀਂ ਹੋਵੇਗੀ, ਅਬਦ ਤੱਕ ਰਹੇਗੀ। ਇੱਥੇ ਹਕੂਮਤਾਂ ਸਿਰਫ ਜ਼ਿੰਦਿਆਂ ਦਾ ਫੈਸਲਾ ਕਰਦੀਆਂ ਨੇ, ਲੇਕਿਨ ਉਸ ਦੀ ਜਿਸ ਵੇਲੇ ਹਕੂਮਤ ਆਏਗੀ, ਦੂਸਰਾ ਤਮੋਥੀ 4 ਬਾਬ ਦੀ ਪਹਿਲੀ ਐਤ ਤੋਂ ਪੜ੍ਹੋ। ਤਮੋਥੀਸ ਨੂੰ ਅਗਾਹ ਕਰਦੇ ਹਾਂ। ਤਮੋਥੀਸ ਦਾ ਦੂਸਰਾ ਖਤ 2 ਬਾਬ 4 ਦੂਸਰਾ ਖਤ 4 ਬਾਬ ਦੀ ਪਹਿਲੀ ਐਤ। ਰਸੂਲ ਨੇ ਆਖਿਆ ਕਿ ਖੁਦਾਵੰਦ ਯਿਸੂ ਮਸੀਹ ਨੂੰ ਜਿਹੜਾ ਜ਼ਿੰਦਿਆਂ ਤੇ ਮੁਰਦਿਆਂ ਦੀ ਅਦਾਲਤ ਕਰਨ ਲਈ ਆਵੇਗਾ, ਉਸ ਦੀ ਯਾਦ ਕਰਾ ਕੇ, ਯਾਦ ਦਹਾਨੀ ਕਰਾ ਕੇ ਤੇ ਕਹਿੰਦਾ ਮੈਂ ਤੈਨੂੰ ਤਕੀਦ ਕਰਨਾ ਹੈ ਕਿ ਤੂੰ ਕਲਾਮ ਦੀ ਮਨਾਦੀ ਕਰੀ। ਉਹ ਜ਼ਿੰਦਿਆਂ ਤੇ ਮੁਰਦਿਆਂ ਦੀ, ਹਰ ਕਿਸੇ ਨੇ ਜ਼ਿੰਦਿਆਂ ਦੀ ਅਦਾਲਤ ਕੀਤੀ ਹੈ, ਮਰੇ ਹੋਏ ਦੀ ਅਦਾਲਤ ਕਿਸੇ ਵੀ ਬਾਦਸ਼ਾਹ ਨੇ ਨਹੀਂ ਕੀਤੀ, ਲੇਕਿਨ ਇਹ ਬਾਦਸ਼ਾਹ ਮਰਿਆਂ ਦੀ ਵੀ ਅਦਾਲਤ ਕਰੇਗਾ। ਖੁਦਾ ਦੀ ਕਲਾਮ 'ਚ ਲਿਖਿਆ ਹੈ ਕਿ ਸਮੁੰਦਰ ਆਪਣੇ ਮੁਰਦੇ ਦੇ ਦੇਗਾ। ਹਰ ਚੀਜ਼, ਜਿੱਥੇ ਜਿੱਥੇ ਵੀ ਕੋਈ ਮੁਰਦਾ ਹੈ, ਲੇਕਿਨ ਅਸੀਂ ਇੱਕ ਦੁਆ ਕਰਨੇ ਆ ਤੇ ਕਹਿੰਦੇ ਆ ਤੇਰੀ ਬਾਦਸ਼ਾਹੀ ਆਵੇ। ਤੇ ਜੇ ਤਿਆਰੀ ਨਹੀਂ ਤੇ ਉਸ ਬਾਦਸ਼ਾਹ ਨੂੰ ਉਡੀਕਣ ਡਏ ਆ। ਤਿਆਰੀ ਕੋਈ ਨਹੀਂ ਗੀ, ਪਰ ਉਸ ਬਾਦਸ਼ਾਹ ਨੂੰ ਉਡੀਕਣ ਡਏ ਆ ਤੇ ਕਹਿੰਦੇ ਆ ਤੇਰੀ ਬਾਦਸ਼ਾਹੀ ਆਵੇ। ਅਸਮਾਨ ਤੇ ਤੇਰੀ ਮਰਜ਼ੀ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਤੇ ਜੇਕਰ ਫਿਰ ਜ਼ਮੀਨ ਉੱਤੇ ਉਹਦੀ ਮਰਜ਼ੀ ਨੂੰ ਪੂਰਾ ਨਹੀਂ ਹੋ ਕੀਤਾ ਤੇ ਭਰਾਓ ਅੱਜ ਮੌਕਾ ਹੀ ਉਸ ਦੀ ਮਰਜ਼ੀ ਨੂੰ ਪੂਰਾ ਕਰ ਲਈਏ, ਕਿਉਂਕਿ ਬਾਈਬਲ ਦੱਸਦੀ ਏ ਕਿ ਉਹ ਬਾਦਸ਼ਾਹ ਆਵੇਗਾ ਔਰ ਬੱਦਲਾਂ ਦੇ ਉੱਤੇ ਆਵੇਗਾ। ਜਿਸ ਵੇਲੇ ਇਸ਼ਤਿਸ਼ਨਾ ਦੀ ਕਿਤਾਬ 10 ਬਾਬ 17 ਆਇਤ ਨੂੰ ਪੜ੍ਹੀਏ ਤਾਂ ਉੱਥੇ ਲਿਖਿਆ ਹੈ ਕਿ ਉਹ ਬਾਦਸ਼ਾਹ ਅਲਾਵਾਂ ਦਾ ਅਲਾਹ ਤੇ ਖੁਦਾਵੰਦਾਂ ਦਾ ਖੁਦਾ ਏ। ਉਹ ਰੂਹ ਰਹਿਤ ਨਹੀਂ ਉਹ ਕਰਦਾ, ਨਾ ਉਹ ਬਾਦਸ਼ਾਹ ਰਿਸ਼ਵਤ ਲੈਂਦਾ ਹੈ। ਤੇ ਉਹ ਬਾਦਸ਼ਾਹ ਜਿਸ ਵੇਲੇ ਆਵੇਗਾ,
हिजकिल 30 बाप उसकी पहली आयत तो पढ़िए लिखा खुदावंद दा कलाम मेरे ते नाज़िल होया ते उसने आख्या आदम ज़ात नबूवत कर ते कह खुदावंद दी गल कहंदा है चला के कहो अफसोस उस रोज उत्ते इसलिए कि वो रोज करीब है हाँ खुदावंद दा रोज यानी बदलां दा रोज बदलां दा रोज करीब है ते ओ कौमां दी सजा दा वक्त होवेगा लोगों ਨੂੰ ਜਾਂ ਤਾਂ ਸਜ਼ਾ ਮਿਲੇਗੀ ਜਾਂ ਸਜ਼ਾ ਮਿਲੇਗੀ ਉੱਥੇ ਬਹਾਨੇ ਨਹੀਂ ਲੱਗਣਗੇ ਉੱਥੇ ਮੁਰਦੇ ਵੀ ਉੱਠ ਕੇ ਇਸ ਕਰਕੇ ਮਤ ਭੁੱਲੀਏ ਕਿ ਮਰ ਗਏ ਤੇ ਕੰਮ ਖਤਮ ਹੈ ਅਗਰ ਰੱਬ ਦਾ ਕੰਮ ਨਾ ਕੀਤਾ ਤੇ ਮਰ ਵੀ ਗਏ ਤੇ ਰੱਬ ਕਹੇਗਾ ਤੈਨੂੰ ਮੈਂ ਬੜੀ ਲੰਮੀ ਜ਼ਿੰਦਗੀ ਦਿੱਤੀ ਸੀ ਤੇ ਤੂੰ ਤੇ ਉਸੇ ਲਈ ਅਜੀਬ ਹਰਕਤਾਂ ਕਰਦਾ ਸੀ ਖੁਦਾ ਦੇ ਕਲਾਮ ਦੇ ਵਿੱਚ ਨਾ ਜ਼ਿਕਰ ਮਿਲਦਾ ਹੈ ਬਹੁਤ ਸਾਰੇ ਲੋਕ ਜਿਸ ਵੇਲੇ ਕੋਈ 100 ਵਰੇ ਦਾ ਹੋ ਜਾਂਦਾ ਨਾ ਤੇ ਉਹ ਮਰ ਜਾਂਦਾ ਹੈ ਤੇ ਫਿਰ ਉਹਨੂੰ ਕਹਿੰਦੇ ਆ ਇਹ ਸੋਨੇ ਦੀ ਪੌੜੀ ਚੜ ਗਿਆ ਲੇਕਿਨ ਬੰਦੇ ਨੂੰ 100 ਵਰੇ ਮਿਲੇ ਤੇ ਬੰਦੇ ਨੇ ਮਤ ਨਾ ਕੀਤੀ ਤੇ ਅਦਾਲਤ ਦੇ ਦਿਨ ਉਹ ਕੀ ਬਣੇਗਾ ਅੱਜ ਜ਼ਰਾ ਵੇਖ ਲਈਏ ਯਸਾਇਆ 65 ਬਾਬ ਯਸਾਇਆ 65 ਬਾਬ ਤੇ ਉਹਦੀ 20 ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਫਿਰ ਕਦੀ ਉੱਥੇ ਕੋਈ ਲੜਕਾ ਇਸ ਤਰ੍ਹਾਂ ਨਹੀਂ ਹੋਏਗਾ ਜਿਹੜਾ ਕਮ ਉਮਰ ਰਹੇ ਜਾਂ ਕੋਈ ਬੁੱਢਾ ਆਪਣੀ ਉਮਰ ਪੂਰੀ ਨਾ ਕਰੇ ਕਿਉਂਕਿ ਲੜਕਾ 100 ਵਰੇ ਦਾ ਹੋ ਕੇ ਮਰੇਗਾ ਤੇ ਜਿਹੜਾ ਗੁਨੇਗਾਰ 100 ਵਰੇ ਦਾ ਹੋ ਜਾਵੇਗਾ 100 ਵਰੇ ਉਹਨੂੰ ਮਿਲੇ 100 ਵਰੇ ਦਾ ਹੋ ਜਾਏਗਾ ਉਹ ਮਲਾਉਨ ਹੋਵੇਗਾ ਸੋਨੇ ਦੀ ਪੌੜੀ ਨਹੀਂ ਚੜੇਗਾ ਰੱਬ ਨੇ ਇੰਨਾ ਵਕਤ ਦਿੱਤਾ ਤੇ ਸਿਰਫ ਕਹਿੰਦਾ ਰਿਹਾ ਤੇਰੀ ਬਾਦਸ਼ਾਹੀ ਆਵੇ ਤੇ ਉਹ ਬਾਦਸ਼ਾਹ ਜਦੋਂ ਆ ਗਿਆ ਤੇ ਲਿਖਿਆ ਉੱਤੇ ਬੰਦੇ ਨੂੰ 100 ਵਰੇ ਮਿਲੇ ਚਾਹੇ ਉਹ ਮਰ ਵੀ ਗਿਆ ਫਿਰ ਉਹਨੂੰ ਉੱਠ ਕੇ ਉਹਦੇ ਸਾਹਮਣੇ ਜਾਣਾ ਪੈਣਾ ਤੇ ਉਹਨੇ ਕਹਿਣਾ ਮੈਂ ਤੈਨੂੰ 100 ਵਰੇ ਦਿੱਤੇ ਸੀ ਤੂੰ 100 ਵਰੇ ਚ ਵੀ ਮਤ ਨਾ ਕੀਤੀ ਖੁਦਾ ਦਾ ਬੰਦਾ ਮੁਕੱਦਸ ਪਤਰਸ ਜਿਸ ਲਈ ਦੂਸਰਾ ਖਤ ਲਿਖਦਾ ਪਹਿਲਾ ਬਾਬ ਤੇ 19 ਚ ਕਹਿੰਦਾ ਏ ਤੁਹਾਡੇ ਕੋਲ ਨਬੀਆਂ ਦੀ ਮਾਰਫਤ ਲਿਖਿਆ ਮੋਤਬਰ ਕਲਾਮ ਜਿਹੜਾ ਤੁਹਾਡੇ ਦਿਲਾਂ 'ਚ ਚਾਨਣ ਪੈਦਾ ਕਰ ਦੋ 100 ਵਰੇ ਮਿਲੇ ਮੋਤਬਰ ਕਲਾਮ ਵੀ ਕੋਰ ਰਿਹਾ ਪਰ ਮੋਤਬਰ ਕਲਾਮ ਦਾ ਲਿਹਾਜ਼ ਨਾ ਕੀਤਾ ਯਰਮੀਆ 2 ਬਾਬ 31 ਚ ਲਿਖਿਆ ਹੈ ਇਸ ਪੁੱਛਤੇ ਲੋਗੋ ਖੁਦਾ ਦੀ ਕਲਾਮ ਦਾ ਲਿਹਾਜ਼ ਕਰੋ ਝੂਠੇ ਅੰਬੂਆਂ ਗੁਰੂਆਂ ਡਿਨੋਮੀਨੇਸ਼ਨਾਂ ਟੋਲਿਆਂ ਦਾ ਝੂਠੀਆਂ ਗੱਲਾਂ ਦਾ ਲਿਹਾਜ਼ ਕੀਤਾ ਪਰ ਖੁਦਾ ਦੀ ਕਲਾਮ ਦਾ ਲਿਹਾਜ਼ ਨਾ ਕੀਤਾ ਤੇ ਐਂਡ ਨੂੰ ਮਰ ਵੀ ਗਏ ਲੇਕਿਨ ਅਦਾਲਤ ਦੇ ਸਾਹਮਣੇ ਫਿਰ ਉਸ ਦਿਨ ਉਹਦੇ ਸਾਹਮਣੇ ਖੜੇ ਹੋਣਾ ਪੈਣਾ ਕਿਉਂਕਿ ਅਬਰਾਨੀ ਦਾ ਮੁਸੰਨਫ ਪੌਲੁਸ ਰਸੂਲ 9 ਬਾਪ ਉਹਦੀ 27 ਚ ਕਹਿੰਦਾ ਹੈ ਬੰਦਾ ਇੱਕ ਵਾਰੀ ਮਰੇਗਾ ਉਸ ਤੋਂ ਬਾਅਦ ਉਹਦੀ ਅਦਾਲਤ ਹੋਵੇਗੀ ਕਿਉਂਕਿ ਉਹ ਜ਼ਿੰਦਿਆਂ ਦੀ ਵੀ ਜਿਹੜੇ ਜ਼ਿੰਦਾ ਹੋਣਗੇ ਉਹਨਾਂ ਦੀ ਵੀ ਅਦਾਲਤ ਮਰਿਆਂ ਦੀ ਵੀ ਅਦਾਲਤ ਇਸੇ ਕਰਕੇ ਇਸਤਿਸ਼ਨਾ 32 ਬਾਪ ਤੇ 29 ਚ ਲਿਖਿਆ ਕਾਸ਼ ਬੰਦੇ ਅਕਲਮੰਦ ਹੁੰਦੇ ਤੇ ਸਮਝ ਜਾਂਦੇ ਤੇ ਆਪਣੀ ਆਕਬਤ ਉੱਤੇ ਗੌਰ ਕਰ ਜਾਂਦੇ ਕਿਉਂਕਿ ਪਹਿਲਾ ਕਰੰਥੀਓ 15 ਬਾਬ 58 ਚ ਲਿਖਿਆ ਏ ਸਾਬਤ ਕਦਮ ਹੋ ਜੋ ਕਾਇਮ ਹੋ ਜੋ ਤੇ ਰੱਬ ਦੇ ਕੰਮ 'ਚ ਕੰਮ ਰੱਬ ਦਾ ਵੀ ਏ ਤੇ ਕੰਮ ਝੂਠੀਆਂ ਤਨਜ਼ੀਮਾਂ ਦਾ ਵੀ ਏ ਆਹ ਜਿਹੜੀਆਂ ਬੱਚਿਆਂ ਨੂੰ ਬਪਤਿਸਮਾਂ ਦੇ ਆਉਣ ਡੀਆਂ ਨੇ ਲਿਖਣ ਰਸੂਲ ਕਹਿੰਦਾ ਏ ਪਹਿਲਾ ਕਰੰਥੀਓ 3 ਬਾਪ 9 ਚ ਅਸੀਂ ਰੱਬ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਹਾਂ ਦੁਨੀਆ ਨੂੰ ਦੱਸਦਾ ਹੈ ਕਿ ਦੁਨੀਆ ਖੁਦਾ ਦੀ ਖੇਤੀ ਤੇ ਇਮਾਰਤ ਹੈ ਰੱਬ ਦੇ ਨਾਲ ਮਿਲ ਕੇ ਇਸੇ ਕਰਕੇ ਪਹਿਲਾਂ ਕਰੰਥੀਓ 15 ਬਾਪ 58 ਚ ਵੀ ਰਸੂਲ ਕਹਿੰਦਾ ਸਾਬਤ ਕਦਮ ਹੋਵੋ ਕਾਇਮ ਹੋਵੋ ਤੇ ਰੱਬ ਦੇ ਕੰਮ 'ਚ ਹਮੇਸ਼ਾ ਹੀ ਫਜ਼ਾਇਸ਼ ਕਰਿਓ
ਕਿਉਂਕਿ ਜਾਣਦੇ ਹੋ ਕਿ ਜਿਹੜੀ ਮਿਹਨਤ ਰੱਬ ਦੇ ਕੰਮ 'ਚ ਹੋਣੀ ਹੈ, ਫਾਇਦਾ ਉਹਦਾ ਹੀ ਮਿਲਣਾ, ਕਿਉਂਕਿ ਬੱਦਲਾਂ ਦਾ ਰੋਜ਼ ਬੜਾ ਕਰੀਬ ਹੈ। ਤਾਂ ਰੱਬ ਬੱਦਲਾਂ ਤੇ ਗਿਆ ਹੈ। ਰਸੂਲਾਂ ਦੇ ਮਾਲ ਪੜ੍ਹ ਕੇ ਵੇਖੋ, ਖੁਦਾਵੰਦ ਯਿਸੂ ਮਸੀਹ ਬੱਦਲਾਂ ਤੇ ਗਿਆ, ਬੱਦਲਾਂ ਤੇ ਵਾਪਸ ਆਉਣਾ, ਤੇ ਲਿਖਿਆ ਬੱਦਲਾਂ ਦੇ ਰੋਜ਼ ਉੱਤੇ ਅਫਸੋਸ, ਕਿਉਂਕਿ ਹਿਜ਼ਕੀਏਲ ਕਹਿੰਦਾ ਹੈ ਉਹ 30 ਬਾਬ ਦੇ 'ਚ ਕੌਮਾਂ ਦੀ ਸਜ਼ਾ ਦਾ ਵਕਤ ਹੋਣਾ ਹੈ। ਤੇ ਆਓ ਹੁਸ਼ਿਆਰ ਹੋਈਏ, ਬੇਦਾਰ ਹੋਈਏ, ਚੰਗੇ ਰਹਿ ਜਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਤਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ। ਇਸ ਸੇਵਾਨ ਤੇ ਉਮੀਦ ਨਾਲ ਪਹੁੰਚਾਇਆ ਕਿ ਤੇਰਾ ਕਲਾਮ ਲੋਕਾਂ ਦੇ ਕਦਮਾਂ ਲਈ ਚਿਰਾਗ, ਰਾਹ ਲਈ ਰੋਸ਼ਨੀ ਬਣੇ। ਝੂਠੇ ਅੰਬੋਆਂ, ਗਰੋਹਾਂ, ਡਿਨਾਮੀਨੇਸ਼ਨਾਂ, ਟੋਲਿਆਂ ਤੋਂ ਛਡਾਵੇ, ਬੰਦ ਜ਼ੇਨ ਯਿਸੂ ਨਾਂ ਤੋਂ ਖੁੱਲ੍ਹਣ, ਲੋਕ ਕਿਤਾਬ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ ਤੇ ਫਿਰ ਦੂਜਿਆਂ ਨੂੰ ਸਮਝਾਉਣਾ ਵੀ ਸ਼ੁਰੂ ਹੋ ਜਾਣ। ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣਨ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ।